ਸਪਤਰਿਸ਼ੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰੇ ਦਰਸ਼ਕੋ, ਮੈਂ ਤੁਹਾਡਾ ਆਪਣਾ ਬਲਦੇਵ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਸਾਡੇ ਲੇਖ ਸਾਡਾ ਮਾਣ। ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਹਰ ਹਫਤੇ ਕਿਸੇ ਮਾਣਮੱਤੀ ਸ਼ਖਸੀਅਤ ਨਾਲ ਮਿਲਾਉਂਦਾ ਰਹਿੰਦਾ ਹਾਂ ਜਿਸ ਨੇ ਪੰਜਾਬੀ ਲਈ ਵੱਡਾ ਯੋਗਦਾਨ ਪਾਇਆ ਹੋਵੇ। ਇਹ ਅੱਜ ਮੈਂ ਤੁਹਾਨੂੰ ਜਿਸ ਸ਼ਖਸੀਅਤ ਨਾਲ ਮਿਲਾਉਣ ਜਾ ਰਿਹਾ ਉਹ ਸਾਡੇ ਕੋਲ ਡਾਕਟਰ ਸੁਨੀਤਾ ਰਾਣੀ ਜੀ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਇਹਨਾਂ ਦਾ ਪੰਜਾਬੀ ਸਾਹਿਤ ਦੇ ਵਿੱਚ ਵੱਡਾ ਯੋਗਦਾਨ ਹੈ। ਇਹ ਪੰਜਾਬੀ ਦੇ ਵਿੱਚ PhD ਨੇ, ਪੰਜਾਬੀ ਦੇ ਪ੍ਰੋਫੈਸਰ ਨੇ। ਬਹੁਤੀ ਜਾਣਕਾਰੀ ਤਾਂ ਇਹ ਆਪਣੇ ਬਾਰੇ ਖੁਦ ਹੀ ਦੇਣਗੇ। ਇਹਨਾਂ ਨੇ ਹੁਣ ਤੱਕ 2 ਕਿਤਾਬਾਂ ਆਈਆਂ ਨੇ। ਇਹ ਸੂਫੀਜ਼ਮ ਤੇ ਨਿੱਠ ਕੇ ਕੰਮ ਕਰ ਰਹੇ ਨੇ। ਇਹ ਲਗਾਤਾਰ ਇਹ ਸਬਜੈਕਟ ਦੀਆਂ ਵੱਖ-ਵੱਖ ਦਿਸ਼ਾਵਾਂ ਤੋਂ ਉਸ ਨੂੰ ਕੋਖ ਰਹੇ ਨੇ, ਬਚਾ ਰਹੇ ਨੇ। ਮੌਜੂਦਾ ਸਮੇਂ ਦੇ ਵਿੱਚ ਉਹਨਾਂ ਪ੍ਰਸਥਿਤੀਆਂ ਨੂੰ ਬਾਚ ਰਹੇ ਨੇ ਕਿ ਉਹ ਬੇਹੱਦ ਜ਼ਰੂਰੀ ਨੇ। ਉਹਨਾਂ ਦੀ ਵਿਚਾਰਧਾਰਾ ਅੱਜ ਦੇ ਸਮੇਂ ਦੇ ਵਿੱਚ ਕਿੰਨੀ ਕੁ ਸਾਰਥਕ ਹੈ। ਡਾਕਟਰ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਇਹ ਸੂਫੀਜ਼ਮ ਦਾ ਸਬਜੈਕਟ ਕਿਉਂ ਚੁਣਿਆ ਵਿਸ਼ੇਸ਼ ਤੌਰ ਤੇ? ਸਰ, ਇਸ ਵਿਸ਼ੇ ਨੂੰ ਚੁਣਨ ਦੇ ਕਈ ਇੱਕ ਕਾਰਨ ਆ। ਜੇਕਰ ਅਸੀਂ ਪਹਿਲੀ ਮੁੱਢ ਦੀ ਤੌਰ ਤੇ ਗੱਲ ਕਰੀਏ ਕਿ ਮੈਂ ਸੂਫੀ ਕਵਿਤਾ ਨੂੰ ਹੀ ਕਿਉਂ ਚੁਣਿਆ, ਜਦ ਕਿ ਸਾਡੇ ਕੋਲੇ ਸਾਹਿਤ ਦੀਆਂ ਬਹੁਤ ਸਾਰੀਆਂ ਟਾਈਮ ਪੀਰੀਅਡ ਨੇ, ਆਦਿ ਕਾਲ ਤੋਂ ਸ਼ੁਰੂ ਹੁੰਦਾ ਮੱਧ ਕਾਲ, ਆਧੁਨਿਕ ਕਾਲ ਤੱਕ। ਮੇਰਾ ਇੱਕ ਮੱਧ ਕਾਲ ਨੂੰ ਚੁਣਨ ਦਾ, ਮੱਧ ਕਾਲ ਦੇ ਵਿੱਚੋਂ ਵੀ ਸੂਫੀ ਕਵਿਤਾ ਨੂੰ ਚੁਣਨ ਦਾ ਜਿਹੜਾ ਮੇਨ ਹੈ, ਇੱਕ ਤਾਂ ਮੇਰਾ ਆਪਦਾ ਪਰਸਨਲ ਇੰਟਰਸਟ ਆ ਜੀ, ਇੱਕ ਨਿੱਜੀ ਇੰਟਰਸਟ ਦੇ ਕਰਕੇ ਮੈਂ ਮੱਧ ਕਾਲ ਦੇ ਵਿੱਚੋਂ ਸੂਫੀ ਕਵਿਤਾ ਨੂੰ ਚੁਣਿਆ। ਜੇਕਰ ਅਸੀਂ ਬੀਜ ਰੂਪ ਦੇ ਵਿੱਚ ਥੋੜਾ ਜਿਹਾ ਸੁਚੇਤ ਹੋ ਕੇ ਮੈਂ ਦੇਖਾਂ। ਡਾਕਟਰ ਸਾਹਿਬ, ਇੱਕ ਤੁਸੀਂ ਦੱਸੋ ਵੀ ਜਿਹੜੀਆਂ ਮੌਜੂਦਾ ਸਮੇਂ ਦੇ ਵਿੱਚ ਚੁਣੌਤੀਆਂ ਨੇ, ਕਈ ਪ੍ਰਕਾਰ ਦੀਆਂ ਚੁਣੌਤੀਆਂ ਜਿਨ੍ਹਾਂ ਨੂੰ ਤੁਸੀਂ ਆਇਡੈਂਟੀਫਾਈ ਵੀ ਕੀਤਾ ਹੈ, ਕਿ ਉਹਨਾਂ ਨੂੰ ਮੱਧ ਕਾਲ ਨਾਲ ਕੋਰਿਲੇਟ ਕਰਕੇ ਸੂਫੀਜ਼ਮ ਦੀ ਧਾਰਾ ਉਹਨਾਂ ਦਾ ਕੋਈ ਹੱਲ ਵੀ ਦੱਸਦੀ ਹੈ? ਜਿਵੇਂ ਅੱਜ ਦੇ ਯੁੱਗ 'ਚ ਕਿਸਾਨ ਅੰਦੋਲਨ ਵੀ ਚੱਲ ਰਿਹਾ, ਹੋਰ ਤਰ੍ਹਾਂ ਉਹ ਸਾਡੇ ਪਖੰਡਵਾਦ ਨੂੰ ਵੀ ਖੰਡਨ ਕਰਨ ਦੀ ਲੋੜ ਹੈ। ਉਹ ਸਾਰੀਆਂ ਧਾਰਾਵਾਂ ਇਸ ਨੂੰ ਕਿਸੇ ਨਾ ਕਿਸੇ ਰੂਪ 'ਚ ਕੱਟਦੀਆਂ ਨੇ। ਬਿਲਕੁਲ ਸਰ, ਕਿ ਜਿਹੜਾ ਸਾਡਾ ਸੂਫੀ ਕਵਿਤਾ, ਜਦੋਂ ਅੱਜ ਤੋਂ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਕਿ ਸੂਫੀ ਕਵਿਤਾ ਨੂੰ ਕੇਵਲ ਇੱਕ ਅਧਿਆਤਮਿਕ ਤੌਰ ਤੇ ਦੇਖਿਆ ਜਾਂਦਾ ਸੀਗਾ ਕਿ ਸੂਫੀ ਕਵਿਤਾ ਸਾਨੂੰ ਕੇਵਲ ਅਧਿਆਤਮਿਕ ਤੌਰ ਤੇ ਸੇਧ ਦਿੰਦੀ ਹੈ। ਜੇਕਰ ਅਸੀਂ ਸੂਫੀ ਕਵਿਤਾ ਨੂੰ ਬਹੁਤ ਬਰੀਕੀ ਨਾਲ ਦੇਖਦੇ ਹਾਂ, ਇਹ ਸਾਨੂੰ ਅਧਿਆਤਮਿਕਤਾ ਦੇ ਨਾਲ ਨਾਲ ਸਮਾਜਿਕ ਸਰੋਕਾਰ ਵੀ ਲੈ ਕੇ ਆਉਂਦੀ ਆ ਤੇ ਸਾਨੂੰ ਰਾਜਨੀਤਿਕ ਤੇ ਸਮਾਜਿਕ ਤੌਰ ਤੇ ਸੁਚੇਤ ਵੀ ਕਰਦੀ ਆ। ਸਾਡੇ ਜਿਹੜੇ ਮਸਲੇ ਨੇ, ਜਿਵੇਂ ਮੱਧ ਕਾਲ ਦੇ ਵਿੱਚ ਜਮਾਤ, ਠੀਕ ਹੈ, ਇਸ ਕਿਸਮ ਦੇ ਜਿਹੜੇ ਮਸਲੇ ਆ ਮੱਧ ਕਾਲ ਦੇ ਦੌਰ ਦੇ ਵਿੱਚ ਸਾਡੇ ਸੂਫੀ ਕਵਿਤਾ ਇਸ ਨੂੰ ਡੀਲ ਕਰਦੇ ਆ। ਤੁਸੀਂ ਮੱਧ ਕਾਲ ਦੀ ਪੋਇਟਰੀ ਪੜੋਗੇ, ਸੂਫੀ ਕਵਿਤਾ ਪੜੋਗੇ, ਜਿਵੇਂ ਉਹਦੇ ਵਿੱਚ ਕਹਿੰਦੇ ਆ ਕਿ ਕਿਆ ਸੂਫੀ ਕਿਆ ਭੰਗੀ, ਉੱਥੇ ਅਮਲਾਂ ਤੇ ਹੋਣਗੇ ਨਵੇੜੇ, ਕਿਆ ਸੂਫੀ ਕਿਆ ਭੰਗੀ। ਇਹ ਇੱਕ ਸਧਾਰਨ ਕਹੀ ਹੋਈ ਗੱਲ ਨਹੀਂ, ਇਹ ਸਿੱਧਾ ਸਾਡੇ ਕਾਸਟਿਜ਼ਮ ਤੇ ਪ੍ਰਹਾਰ ਕਰਦੀ, ਬਿਲਕੁਲ ਜਾਤਿਜ਼ਮ ਨੂੰ ਤੋੜਦੀ ਆ। ਜਿਵੇਂ ਸਾਨੂੰ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਆ, ਮੁਹੱਬਤ ਦਾ ਸੁਨੇਹਾ ਦਿੰਦੀ। ਜਿਵੇਂ ਤੁਸੀਂ ਧਰਮ ਦੀ ਗੱਲ ਕਰਦੇ ਆ, ਲੋਟਾ ਭੰਨਣ ਦੀ ਗੱਲ ਕਰਦਾ, ਬਿਲਕੁਲ ਬਿਲਕੁਲ। ਮਤਲਬ ਕਿ ਇਹ ਕਹਿੰਦੇ ਆ ਸੂਫੀ ਕਵਿਤਾ ਇੱਕ ਸ਼ਰੀਅਤ ਦੇ ਪੈਰਲਰ ਸਾਨੂੰ ਇਸ਼ਕ ਦਾ ਕਨਸੈਪਟ ਦਿੰਦੇ ਆ। ਇਸ਼ਕ ਦਾ ਕਨਸੈਪਟ ਇੱਕ ਸਧਾਰਨ ਕਨਸੈਪਟ ਨਹੀਂ, ਇਹ ਇੱਕ ਅਜਿਹਾ ਕਨਸੈਪਟ ਆ ਜਿਹੜੇ ਸਾਰੀਆਂ ਹੀ ਤਰ੍ਹਾਂ ਦੀ ਨਾ ਬਰਾਬਰੀਆਂ ਨੂੰ ਖਤਮ ਕਰਕੇ ਸਾਰੇ ਮਨੁੱਖਾਂ ਨੂੰ ਬਰਾਬਰੀ ਤੇ ਲੈ ਕੇ ਆਉਂਦੀ ਹੈ। ਇਹਦਾ ਮਤਲਬ ਸੂਫੀਜ਼ਮ ਕਿਤੇ ਨਾ ਕਿਤੇ ਉਸ ਸਮੇਂ ਦੇ ਵਿੱਚ ਸਮਾਜਿਕ ਬਰਾਬਰੀ ਦੀ ਗੱਲ ਕਰਦਾ ਹੈ, ਜਿਹੜੀ ਅਜੇ ਤੱਕ ਨਾ ਬਰਾਬਰੀ ਦੀ ਕੰਧ ਸਮਾਨਾਂਤਰ ਉਸਰੀ ਹੋਈ ਹੈ। ਜਾਤ ਨਾਲ ਜਾਤ ਟਕਰਾ ਰਹੀ ਹੈ, ਅਸੀਂ ਜਾਤਾਂ ਧਰਮਾਂ ਚ ਵੰਡੇ ਹੋਏ ਆ, ਇੱਕ ਦੂਜੇ ਨਾਲ ਟਕਰਾ ਰਹੇ ਆ। ਇਹਦਾ ਮਤਲਬ ਸਾਨੂੰ ਉਹ ਸੇਧ ਦੇ ਰਹੇ ਨੇ। ਬਿਲਕੁਲ ਸਰ, ਬਿਲਕੁਲ। ਮਤਲਬ ਕਿ ਜਿਹੜੀ ਸੂਫੀ ਕਵਿਤਾ ਇਹ ਕੇਵਲ ਮੱਧ ਕਾਲ ਤੱਕ ਹੀ ਸੀਮਤ ਨਹੀਂ। ਸੂਫੀ ਕਵਿਤਾ ਅੱਜ ਦੇ ਦੌਰ ਦੇ ਵਿੱਚ ਓਨੀ ਹੀ ਪ੍ਰਸੰਗਿਕ ਆ, ਓਨੀ ਹੀ ਸਾਰਥਕ ਆ ਜਿੰਨੀ ਕਿ ਮੱਧ ਕਾਲ ਦੇ ਦੌਰ ਦੇ ਵਿੱਚ। ਜੀ ਜੀ ਜੀ। ਤੁਹਾਡੀ ਐਜੂਕੇਸ਼ਨ ਕਿਹੜੇ ਸਬਜੈਕਟ ਦੇ ਵਿੱਚ ਹੈਗੇ ਤੁਸੀਂ PhD? ਹਾਂ ਸਰ, ਬੇਸਿਕਲੀ ਮੈਂ MA ਪੰਜਾਬੀ ਕੀਤੀ ਆ। ਉਸ ਤੋਂ ਬਾਅਦ ਮੈਂ MPhil ਤੇ PhD ਕਰਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਈ ਆ। MPhil ਮੇਰੀ ਡਾਕਟਰ ਨਾਰ ਸਿੰਘ ਨਾਲ, ਜਿਹੜੇ ਕਿ ਲੋਕ ਧਾਰਾ ਤੇ ਸੱਭਿਆਚਾਰ ਦੇ ਵਿਸ਼ੇਸ਼ੱਗ ਨੇ। ਉਸ ਤੋਂ ਬਾਅਦ PhD ਮੇਰੀ ਪੰਜਾਬੀ ਸੂਫੀ ਕਵਿਤਾ ਤੇ ਆ, ਜਿਹੜੇ ਕਿ ਅੱਜ ਮੌਜੂਦਾ ਦੌਰ ਦੇ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਸਰਬਜੀਤ ਸਿੰਘ ਦੇ ਨਾਲ ਮੈਂ PhD ਦਾ ਕੰਮ ਕੀਤਾ ਪੰਜਾਬੀ ਸੂਫੀ ਕਵਿਤਾ ਤੇ। ਜੀ ਜੀ। ਤੁਹਾਡੀਆਂ ਹੁਣ ਤੱਕ ਕਿਤਾਬਾਂ ਵੀ ਸੂਫੀਜ਼ਮ ਤੇ ਆਈਆਂ ਨੇ ਜੀ, ਕਿਹੜੀਆਂ ਕਿਤਾਬਾਂ ਤੁਸੀਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਨੇ? ਹਾਂਜੀ ਸਰ, ਮੇਰੀ ਮੌਲਿਕ ਕਿਤਾਬ 2019 ਦੇ ਵਿੱਚ ਆਈ ਆ ਜੀ। 2019 ਦੇ ਵਿੱਚ ਆਈ ਸੂਫੀ ਤੇ ਇਸ਼ਕ।
ਜੀ ਜੀ ਜੀ। ਉਸ ਤੋਂ ਬਾਅਦ ਹੁਣ ਅੱਜ ਮੇਰੀ ਲੇਟੈਸਟ ਜਿਹੜੀ ਕਿਤਾਬ ਆ ਸੂਫੀ ਕਾਵ ਅਵਚੇਤਨ ਤੇ ਪ੍ਰਤੀਰੋਧ ਆ, ਇਹ ਇੱਕ ਸੰਪਾਦਿਤ ਕਿਤਾਬ ਆ ਜੀ। ਇਹ ਐਡਿਟ ਕੀਤੀ ਹੋਈ ਕਿਤਾਬ ਆ। ਇਸ ਦੇ ਵਿੱਚ 17 ਲੇਖ ਨੇ, ਵੱਖ-ਵੱਖ ਵਿਦਵਾਨਾਂ ਦੇ 17 ਲੇਖ ਲੈ ਕੇ ਇਹ ਮੈਂ ਜਿਹੜੀ ਕਿਤਾਬ ਸੰਪਾਦਿਤ ਕੀਤੀ ਹੈ ਸੂਫੀ ਕਾਵ ਪ੍ਰਤੀਰੋਧ ਅਵਚੇਤਨ ਤੇ ਪ੍ਰਤੀਰੋਧ। ਤੇ ਇਹਦੇ ਵਿੱਚ ਟੋਟਲ 17 ਆਰਟੀਕਲ ਨੇ। ਇਹ ਜਿਹੜੀ ਕਿਤਾਬ ਆ ਸਰ 3 ਪੀੜ੍ਹੀਆਂ ਦੀ ਵਿਚਾਰਧਾਰਾ ਦੇ ਨਾਲ ਸਮੋਈ ਹੋਈ ਆ। ਇਹਦੇ ਵਿੱਚ ਸਾਨੂੰ ਪਹਿਲੀ ਪੀੜ੍ਹੀ ਦੇ ਵਿੱਚ ਜਿਵੇਂ ਨਜ਼ਮ ਹੁਸੈਨ ਸਈਦ ਆ, ਡਾਕਟਰ ਅਤਰ ਸਿੰਘ ਆ, ਠੀਕ ਹੈ। ਉਸ ਤੋਂ ਬਾਅਦ ਦੂਸਰੀ ਪੀੜ੍ਹੀ ਦੇ ਵਿੱਚ ਜਿਵੇਂ ਸਭ ਤੋਂ ਜ਼ਿਆਦਾ ਸੂਫੀ ਕਵਿਤਾ ਤੇ ਜੇਕਰ ਅਸੀਂ ਦੇਖੀਏ ਕੰਮ ਕਰਨ ਵਾਲੇ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ, ਦੂਸਰੀ ਪੀੜ੍ਹੀ ਤੇ ਜਿਹੜੇ ਕਿ ਨੱਠ ਕੇ ਕੰਮ ਕਰ ਰਹੇ ਨੇ ਡਾਕਟਰ ਅਨਵਰ ਚਿਰਾਗ ਨੇ। ਫਿਰ ਤੁਸੀਂ ਤੀਸਰੀ ਪੀੜ੍ਹੀ ਦੇ ਵਿੱਚ ਦੇਖੋਗੇ ਡਾਕਟਰ ਜਗਵਿੰਦਰ ਜੋਧਾ, ਡਾਕਟਰ ਬਲਵਿੰਦਰ, ਮੇਰਾ ਆਪਣਾ ਆਰਟੀਕਲ, ਡਾਕਟਰ ਸੁਖਵੀਰ ਕੌਰ। ਮਤਲਬ ਕਿ ਇਹ ਕਿਤਾਬ 3 ਪੀੜ੍ਹੀਆਂ ਦੇ ਸੰਵਾਦ ਨੂੰ ਲੈ ਕੇ ਚੱਲਦੀ ਆ। ਜੀ ਜੀ। ਇਸ ਦੇ ਵਿੱਚ ਤੁਸੀਂ ਵੱਖ-ਵੱਖ ਪਾਕਿਸਤਾਨੀ, ਭਾਰਤੀ, ਪੰਜਾਬੀ ਜਿਹੜੇ ਚਿੰਤਕ ਆ ਉਹ ਦੇਖੋਗੇ। ਮਰਦ ਚਿੰਤਕਾਂ ਦੇ ਨਾਲ ਸਾਨੂੰ ਔਰਤ ਚਿੰਤਕਾਂ ਦੇ ਵੀ ਤੁਹਾਨੂੰ ਲੇਖ ਪੜ੍ਹਨ ਨੂੰ ਮਿਲਣਗੇ, ਜਿਵੇਂ ਡਾਕਟਰ ਕੁਲਜੀਤ ਸ਼ੈਲੀ ਹੋ ਗਈ ਜੀ, ਡਾਕਟਰ ਪਰਮਜੀਤ ਕੌਰ ਪਾਸੀ, ਡਾਕਟਰ ਸੁਖਵੀਰ ਤੇ ਮੇਰਾ ਆਪਣਾ ਆਰਟੀਕਲ ਇਸ ਕਿਤਾਬ ਜੀ ਜੀ ਜੀ। ਤੁਸੀਂ ਅੱਜ ਕੱਲ੍ਹ ਕਿੱਤੇ ਵਜੋਂ ਕਿਹੜੇ ਕਾਲਜ ਪੜ੍ਹਾ ਰਹੇ ਹੋ ਤੁਸੀਂ? ਸਰ ਮੈਂ ਅੱਜ ਕੱਲ੍ਹ ਖਾਲਸਾ ਕਾਲਜ ਫॉर ਵੂਮਨ ਸਿਵਲ ਲਾਈਨ ਲੁਧਿਆਣਾ ਦੇ ਵਿੱਚ ਪੜ੍ਹਾ ਰਹੀ ਹਾਂ ਜੀ ਜੀ। ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਵਿੱਚ ਮੈਂ ਬਤੌਰ ਸਹਾਇਕ ਪ੍ਰੋਫੈਸਰ ਦੀਆਂ ਸੇਵਾਵਾਂ ਦੇ ਰਹੀ ਹਾਂ ਜੀ ਜੀ। ਹੁਣ ਤੁਹਾਡਾ ਅਗਲਾ ਕੀ ਨਿਸ਼ਾਨਾ ਹੈ ਕਿ ਹੁਣ ਤੁਸੀਂ ਜਿਹੜਾ ਆਪਣੇ ਰਿਸਰਚ ਦਾ ਦਾਇਰਾ ਰੱਖਿਆ ਹੈ ਉਹ ਸੂਫੀਜ਼ਮ ਹੀ ਰੱਖਣ ਦੀ ਇੱਛਾ ਹੈ ਤੁਹਾਡੀ? ਵੀ ਜਦ ਤੁਸੀਂ ਦੇਖੋ ਜਿਸ ਪ੍ਰੋਫੈਸ਼ਨ 'ਚੋਂ ਪੜ੍ਹਨ ਲਿਖਣ ਦਾ ਪ੍ਰੋਫੈਸ਼ਨ ਹੈ ਤੁਹਾਡਾ, ਤੁਸੀਂ ਇਸੇ ਪ੍ਰੋਫੈਸ਼ਨ ਦੇ ਵਿੱਚ ਇਸੇ ਵਿਧਾ ਦੇ ਵਿੱਚ ਜਾਂ ਇਸੇ ਵਿਚਾਰਧਾਰਾ ਤੇ ਕੰਮ ਕਰਨ ਦੀ ਇੱਛਾ ਰੱਖਦੇ ਹੋ? ਅਗਲਾ ਕੋਈ ਤੁਹਾਡਾ ਆਉਣ ਵਾਲਾ ਪ੍ਰੋਜੈਕਟ? ਸਰ ਮੇਰਾ ਇਹ ਰੂਹ ਨਾਲ ਜੁੜਿਆ ਹੋਇਆ ਸਬਜੈਕਟ ਆ ਸੂਫੀ ਕਵਿਤਾ। ਮੈਂ ਇਸ ਤੇ ਮੇਰੀਆਂ 2 ਕਿਤਾਬਾਂ ਆ ਗਈਆਂ, ਵੱਖ-ਵੱਖ ਮੇਰੇ ਜਿਹੜੇ ਰਿਸਰਚ ਪੇਪਰ ਆ ਵੱਖ-ਵੱਖ ਮੈਗਜ਼ੀਨਾਂ ਦੇ ਵਿੱਚ ਛਪ ਚੁੱਕੇ ਆ। ਅੱਗੇ ਵੀ ਮੈਂ ਇਸੇ ਹੀ ਕਵਿਤਾ ਨੂੰ ਕੰਟੀਨਿਊ ਕਰਾਂਗੀ। ਮੇਰੇ ਰਿਸਰਚ ਦਾ ਜਿਹੜਾ ਦਾਇਰਾ ਵਾ ਮੇਨ ਉਹ ਸੂਫੀ ਕਵਿਤਾ ਹੀ ਰਹੂਗਾ। ਮੈਮ ਜੇ ਉਹਨਾਂ ਦੀਆਂ ਧਾਰਨਾਵਾਂ ਨੇ ਜਿਹੜੀਆਂ ਸੂਫੀਜ਼ਮ ਦੀਆਂ ਤੁਸੀਂ ਆਇਡੈਂਟੀਫਾਈ ਕੀਤੀਆਂ ਨੇ, ਅਜੋਕੇ ਸਮਾਜ ਦੇ ਵਿੱਚ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਏ, ਲਾਗੂ ਕੀਤਾ ਜਾਏ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਮਾਜਿਕ ਸੁਧਾਰ ਵੱਲ ਕਿੱਡਾ ਕੁ ਵੱਡਾ ਯਤਨ ਹੋ ਸਕਦਾ ਹੈ? ਸਰ ਮੈਨੂੰ ਲੱਗਦਾ ਕਿ ਇਹ ਮਤਲਬ ਕਿ ਜੇਕਰ ਅਸੀਂ ਸੂਫੀ ਕਵਿਤਾ ਨੂੰ ਪੜ੍ਹਦੇ ਹਾਂ, ਸਮਝਦੇ ਹਾਂ, ਕਿਤੇ ਨਾ ਕਿਤੇ ਜਿਵੇਂ ਇੱਕ ਰਸ਼ੀਅਨ ਲਿਟਰੇਚਰ ਕ੍ਰਾਂਤੀ ਲੈ ਕੇ ਆਉਂਦਾ, ਠੀਕ ਹੈ, ਲਿਟਰੇਚਰ ਦੇ ਥਰੂ ਇੱਕ ਰਸ਼ੀਆ ਦੇ ਵਿੱਚ ਕ੍ਰਾਂਤੀ ਆਉਂਦੀ ਆ। ਮੈਨੂੰ ਲੱਗਦਾ ਕਿ ਜੇਕਰ ਅਸੀਂ ਸੂਫੀ ਕਵਿਤਾ ਨੂੰ ਅਧਿਆਤਮਿਕ ਤੋਂ ਪਾਰ ਜਾ ਕੇ ਉਹਨੂੰ ਇੱਕ ਸਮਾਜਿਕ ਨਜ਼ਰੀਏ ਤੋਂ, ਸਮਾਜਿਕ ਸਰੋਕਾਰਾਂ ਤੋਂ ਦੇਖੀਏ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਡੇ ਇਹ ਦਿਮਾਗ ਦੇ ਵਿੱਚ ਅਸਰ ਕਰਦੀ ਆ। ਜਦੋਂ ਸਾਡੇ ਚੀਜ਼ਾਂ ਦਿਮਾਗ ਦੇ ਵਿੱਚ ਅਸਰ ਕਰਦੀਆਂ ਨੇ ਤਾਂ ਸਾਡੇ ਵਿਵਹਾਰ ਦੇ ਵਿੱਚ ਆਉਣੀਆਂ ਉਹ ਲਾਜ਼ਮ ਆ। ਮੈਨੂੰ ਲੱਗਦਾ ਕਿ ਜੇਕਰ ਅਸੀਂ ਸੂਫੀ ਕਵਿਤਾ ਨੂੰ ਅੱਜ ਦੇ ਪ੍ਰਸੰਗ ਦੇ ਵਿੱਚ ਵੀ ਦੇਖੀਏ ਇਹ ਉਨੀ ਹੀ ਸਾਰਥਕ ਆ ਜਿਨੀ ਮੱਧਕਾਲ ਦੇ ਵਿੱਚ ਸੀ। ਸਮਾਂ ਉਸ ਤੋਂ ਵੱਧ ਸਾਰਥਕ ਹੈ ਕਿ ਉਸ ਦੇ ਮੁਕਾਬਲੇ ਵੀ ਅਸੀਂ ਸਮਾਜਿਕ ਸਾਡਾ ਜਾਤੀ ਪ੍ਰਪੰਚ ਹੈ ਜਿਹੜਾ ਚੀੜਾ ਹੋਇਆ ਹੈ। ਬਿਲਕੁਲ ਠੀਕ ਹੈ। ਇਸ ਦੇ ਨਾਲ ਹੀ ਤੁਸੀਂ ਜਿਹੜਾ ਅਜੋਕੇ ਸਮੇਂ ਦੇ ਵਿੱਚ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਤੁਸੀਂ ਤਾਂ ਟੀਚਰ ਵੀ ਹੈਗੇ ਹੋ, ਟੀਚਰ ਹੋਣ ਦੇ ਨਾਤੇ, ਕਿ ਇਹ ਸਮਾਜਿਕ ਅਲਾਮਤਾਂ ਨੂੰ ਅਸੀਂ ਖਤਮ ਕਰਨ ਦੇ ਲਈ ਕਿੰਨਾ ਦਿਸ਼ਾਵਾਂ ਵੱਲ ਨਿੱਠ ਕੇ ਅਸੀਂ ਕੰਮ ਕਰਦੇ ਰਹੀਏ? ਮੈਨੂੰ ਸਰ ਇਹ ਲੱਗਦਾ ਹੁੰਦਾ ਕਿ ਜੇਕਰ ਅਸੀਂ ਵਾਕਈ ਸਮਾਜਿਕ ਸੁਧਾਰ ਚਾਹੁੰਦੇ ਹਾਂ, ਸਾਨੂੰ ਮੈਂ ਜਿਵੇਂ ਕਿੱਤੇ ਵਜੋਂ ਪ੍ਰੋਫੈਸਰ ਹਾਂ, ਸਾਨੂੰ ਆਪਣੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਇੱਦਾਂ ਦੇ ਸੈਮੀਨਾਰ ਕਰਾਉਣੇ ਚਾਹੀਦੇ ਆ ਜਿਹਦੇ ਨਾਲ ਸਾਡੀ ਜਿਹੜੀ ਪੁਰਾਣੀ ਵਿਚਾਰਧਾਰਾ ਟੁੱਟੇ। ਜਦੋਂ ਪੁਰਾਣੀ ਵਿਚਾਰਧਾਰਾ ਟੁੱਟੂਗੀ, ਰੂੜ ਹੋਈ ਪੁਰਾਣੀ ਵਿਚਾਰਧਾਰਾ ਟੁੱਟੂਗੀ, ਤਾਂ ਹੀ ਅਸੀਂ ਇੱਕ ਨਵੀਂ ਚੇਤਨਾ ਦੇ ਨਾਲ ਇਸ ਸਮਾਜ ਦੇ ਵਿੱਚ ਜਿਵੇਂ ਜਾਤੀ ਫਲਸਫਾ ਸਾਡਾ ਉਹਨੂੰ ਇਹਦੇ ਨਾਲ ਸੱਟ ਵੱਜ ਸਕਦੀ ਹੈ, ਜਾਂ ਔਰਤ ਪ੍ਰਤੀ ਸਾਡਾ ਨਜ਼ਰੀਆ ਹੈਗਾ। ਬਿਲਕੁਲ ਸਰ, ਬਿਲਕੁਲ, ਕਿ ਜਦੋਂ ਅਸੀਂ ਇਸ ਸੂਫੀ ਕਵਿਤਾ ਔਰਤ ਪ੍ਰਤੀ ਨਜ਼ਰੀਏ ਪ੍ਰਤੀ ਸੂਫੀਜ਼ਮ ਦੀ ਕੋਈ ਗੱਲ ਤੁਸੀਂ ਕਰ ਸਕਦੇ ਹੋ? ਕੀ ਕਹਿ ਰਿਹਾ ਹੈ ਸਰ? ਔਰਤ ਜਦੋਂ ਅਸੀਂ ਸੂਫੀ ਕਵਿਤਾ ਪੜ੍ਹਦੇ ਹਾਂ, ਕਿਉਂਕਿ ਜਿਹੜੇ ਸੂਫੀ ਕਵੀ ਆ ਉਹ ਵੀ ਆਪਣੇ ਆਪ ਨੂੰ ਇੱਕ ਔਰਤ ਦੇ ਸੰਵਾਹਕ ਵਜੋਂ ਪੇਸ਼ ਕਰਦੇ ਨੇ। ਜਦੋਂ ਉਹ ਆਪਣੇ ਆਪ ਨੂੰ ਔਰਤ ਕਹਿੰਦੇ ਨੇ, ਮੈਂ ਉਗਣਹਾਰੀ, ਮੈਂ ਦੁਖਿਆਰੀ, ਮੈਂ ਇੱਕ ਔਰਤ ਦੇ ਰੂਪ ਦੇ ਵਿੱਚ ਪੇਸ਼ ਕਰ ਰਹੇ। ਜਦੋਂ ਉਹ ਆਪਣੇ ਆਪ ਨੂੰ ਔਰਤ ਦੇ ਰੂਪ ਵਿੱਚ ਪੇਸ਼ ਕਰ ਰਹੇ ਦਾ ਮਤਲਬ ਇਹ ਆ ਕਿ ਉਸ ਸਮੇਂ ਦੇ ਵਿੱਚ ਮੱਧਕਾਲ ਦੌਰ ਦੇ ਵਿੱਚ
ਔਰਤ ਨੂੰ ਮਰਦ ਨਾਲੋਂ ਨੀਵਾਂ ਸਮਝਿਆ ਜਾਂਦਾ ਸੀ ਤੇ ਜਿਹੜੇ ਸਾਡੇ ਸੂਫੀ ਕਵੀ ਆ ਉਸ ਔਰਤ ਦੇ ਧਿਰ ਦੇ ਵਿੱਚ ਖੜਦੇ ਨੇ, ਜਦੋਂ ਆਪਣੇ ਆਪ ਨੂੰ ਔਰਤ ਤੇ ਪ੍ਰਮਾਤਮਾ ਨੂੰ ਇੱਕ ਮਰਦ ਦੇ ਰੂਪ ਵਿੱਚ ਚਿੱਤਰਦੇ ਨੇ। ਜੀ ਜੀ, ਜਾਤੀਜ਼ਮ ਬਾਰੇ ਕੀ ਕਹਿਣਾ ਹੈ ਸੂਫੀਜ਼ਮ ਦਾ? ਕਾਸਟਿਜ਼ਮ ਦੀਆਂ ਹੱਦਾਂ ਤੋੜਨ ਪ੍ਰਤੀ ਜਾਂ ਕਾਸਟਿਜ਼ਮ ਪ੍ਰਤੀ ਕੀ ਕਹਿੰਦਾ ਹੈ? ਤੁਸੀਂ ਸਰ ਇਹ 'ਚ ਕਾਸਟਿਜ਼ਮ ਦਾ ਵੀ ਦੇਖ ਸਕਦੇ ਆ ਕਿ ਜਿਹੜੇ ਸਾਡੇ ਸੂਫੀ ਕਵੀ ਆ ਕਾਸਟਿਜ਼ਮ ਤੇ ਵੀ ਪ੍ਰਹਾਰ ਕਰਦੇ ਆ। ਉਹ ਕਹਿੰਦੇ ਆ ਕਿ ਇਸ਼ਕ ਦੇ ਨਾਲ ਹੀ ਅਸੀਂ ਪਰਮਾਤਮਾ ਨੂੰ ਪਾ ਸਕਦੇ ਆ। ਉਹ ਕਹਿੰਦੇ ਵੀ ਜਾਤ ਤੇਰੀ ਕਿਸੇ ਨਹੀਂ ਪੁੱਛਣੀ। ਹਾਂਜੀ, ਜਿਵੇਂ ਸੁਲਤਾਨ ਬਾਹੂ ਆ, ਉੱਥੇ ਅਮਲਾਂ ਤੇ ਹੋਣਗੇ ਨਵੇੜੇ, ਕਿਸੇ ਨੇ ਤੇਰੀ ਜਾਤ ਪੁੱਛਣੀ। ਜਾਂ ਸਾਡਾ ਕਵੀ ਹੋਰ ਕਹਿੰਦਾ ਕਿ ਆ ਸੂਫੀ ਕਿਆ ਭੰਗੀ। ਜੀ ਜੀ, ਠੀਕ ਆ। ਜਦੋਂ ਇਹ ਗੱਲ ਕਹਿੰਦੇ ਆ ਉਦੋਂ ਮੇਨ ਗੱਲ ਉਹ ਫੋਕਸ ਕਰਦੇ ਆ ਸਾਡੇ ਕਰਮ ਤੇ, ਸਾਡੇ ਕੰਮਾਂ ਤੇ, ਸਾਡੇ ਕਰਮ ਕਿਹੋ ਜਿਹੇ ਆ। ਇਹ ਨਹੀਂ ਹੈਗਾ ਕਿ ਅਸੀਂ ਕਿਸ ਕਾਸਟ ਦੇ ਘਰੇ ਪੈਦਾ ਹੋ ਗਏ, ਕਿਸ ਜਾਤ ਕਬੀਲੇ ਦੇ ਘਰੇ ਪੈਦਾ ਹੋ ਗਏ। ਮੈਟਰ ਕਹਿੰਦੇ ਰੱਬ ਦੀ ਦਰਗਾਹ ਦੇ ਵਿੱਚ ਸਾਡੀ ਕਿਸੇ ਨੇ ਜਾਤ ਨਹੀਂ ਪੁੱਛੀ, ਕਰਮ ਪੁੱਛੇ ਜਾਣਗੇ। ਸਾਡੇ ਕਰਮਾਂ ਦੇ ਹਿਸਾਬ ਦੇ ਨਾਲ ਲੇਖਾ ਜੋਖਾ ਹੋਣਾ ਸਾਡਾ, ਸਾਡੀ ਜਾਤ ਮੈਟਰ ਨਹੀਂ ਕਰਦੀ। ਇਸੇ ਤਰੀਕੇ ਧਰਮ ਦੀ ਜਿਹੜੀ ਅਗਲੀ ਬਣ ਗਈ ਹੈ, ਧਰਮ ਦੇ ਮਾਮਲੇ 'ਚ ਵੀ ਉਹ ਜਿੱਥੇ ਕਿ ਅੱਜ ਕੱਲ੍ਹ ਵੀ ਟਕਰਾਅ ਚੱਲਦਾ ਰਹਿੰਦਾ ਸਦੀਆਂ ਤੋਂ ਧਰਮਾਂ 'ਚ, ਉਹ ਸਮਾਜਿਕ ਧਾਰਮਿਕ ਸਮਾਨਤਾ ਦੀ ਗੱਲ ਕਰਦੇ ਆ। ਇਸ ਪ੍ਰਤੀ ਤੁਹਾਡਾ ਕੀ ਕਹਿਣਾ ਹੈ? ਸਰ ਇਸ ਪ੍ਰਤੀ ਅਸੀਂ ਇਹ ਕਹਿ ਸਕਦੇ ਜਿਵੇਂ ਕੋਈ ਵੀ ਧਰਮ ਆ ਜਦੋਂ ਸ਼ੁਰੂ ਹੁੰਦਾ ਵਾ ਉਹ ਇੱਕ ਲੋਕ ਕਲਿਆਣ ਦੀ ਭਾਵਨਾ ਦੇ ਨਾਲ ਸ਼ੁਰੂ ਹੁੰਦਾ। ਵੈਰੀ ਗੁੱਡ। ਇੱਕ ਮਾਨਵ ਹਿਤੈਸ਼ੀ ਮੁੱਲਾਂ ਨੂੰ ਲੈ ਕੇ ਸ਼ੁਰੂ ਹੁੰਦਾ, ਸਾਰੀ ਮਨੁੱਖਤਾ ਨੂੰ ਇੱਕ ਮੁਹੱਬਤ ਦਾ ਪੈਗਾਮ, ਸਰਬ ਸਾਂਝੀਵਾਲਤਾ ਦਾ ਪੈਗਾਮ ਲੈ ਕੇ ਸ਼ੁਰੂ ਹੁੰਦਾ। ਹੌਲੀ ਹੌਲੀ ਅਸੀਂ ਦੇਖਦੇ ਹਾਂ ਕਿ ਜਿਹੜਾ ਧਰਮ ਆ ਉਸ ਮੁਹੱਬਤ ਤੋਂ ਪਾਰ ਤੁਰਿਆ ਜਾਂਦਾ, ਇੱਕ ਨੇਮ ਵਿਧਾਨ ਤੇ ਸ਼ਰੀਅਤ ਤੱਕ ਸੀਮਤ ਹੋ ਕੇ ਰਹਿ ਜਾਂਦਾ। ਇਹਦੇ ਪੈਰਲਰ ਜਿਹੜੇ ਸਾਡੇ ਸੂਫੀ ਆ ਉਹ ਇਸ਼ਕ ਦਾ ਕਨਸੈਪਟ ਦਿੰਦੇ ਆ। ਉਹ ਕਹਿੰਦੇ ਆ ਕਿ ਤੁਸੀਂ ਪੜ੍ਹ ਕੇ ਰੋਜ਼ੇ ਇਹ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਵੀ ਤੁਸੀਂ ਪਰਮਾਤਮਾ ਨੂੰ ਪਾ ਸਕਦੇ ਆ, ਤੁਸੀਂ ਉਹਨੂੰ ਇਸ਼ਕ ਦੇ ਨਾਲ ਪਾ ਸਕਦੇ ਆ, ਤੁਸੀਂ ਪ੍ਰੇਮ ਦੇ ਨਾਲ ਪਾ ਸਕਦੇ ਆ, ਮੁਹੱਬਤ ਦੇ ਨਾਲ ਪਾ ਸਕਦੇ ਆ। ਇਹ ਹਿੰਸਾ ਨੂੰ ਖਤਮ ਕਰਕੇ ਪਾਇਆ ਜਾ ਸਕਦਾ। ਬਿਲਕੁਲ। ਸੁਨੀਤਾ ਜੀ, ਹੋਰ ਤੁਸੀਂ ਆਪਾਂ ਗੱਲ ਨੂੰ ਮੁਕੰਮਲ ਕਰਦੇ ਹਾਂ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਕੋਈ ਵਿਸ਼ੇਸ਼ ਰੂਪ ਦੇ ਵਿੱਚ ਕੋਈ ਗੱਲ ਕਰਨੀ ਚਾਹੁੰਦੇ ਹੋ ਜਿਹੜੀ ਤੁਹਾਨੂੰ ਲੱਗਦਾ ਹੋਵੇ ਕਿ ਇਹ ਕਰਨੀ ਜ਼ਰੂਰੀ ਹੈ, ਜਾਂ ਕੋਈ ਸਾਰਥਕ ਸੁਨੇਹਾ ਅਸੀਂ ਦੇਣਾ ਚਾਹੁੰਦੇ ਹਾਂ ਕਿ ਇਹ ਸੂਫੀਜ਼ਮ ਨੂੰ ਮੁੜ ਪੜਿਆ ਜਾਵੇ? ਇਹ ਤਾਂ ਅਸੀਂ ਦੇਖੋ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਦਰਜ ਹੈ, ਸਾਡੇ ਲਈ ਪਵਿੱਤਰ ਵੀ ਹੈ, ਧਾਰਮਿਕ ਵੀ ਹੈ। ਇਸ ਦੀ ਦ੍ਰਿਸ਼ਟੀ ਨੂੰ ਜੇ ਅਸੀਂ ਸਮਾਜਿਕ ਸਰੋਕਾਰਾਂ ਦੀ ਦ੍ਰਿਸ਼ਟੀ ਤੋਂ ਪੜ੍ਹਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਬਹੁਤ ਵੱਡੀ ਸਿੱਖਿਆ ਹੈ ਜਿਸ ਦੇ ਮਾਮਲੇ 'ਚ ਬਹੁਤ ਵੱਡਾ ਕੰਮ ਹੋਣ ਦੀ ਲੋੜ ਹੈ। ਅਸੀਂ ਇਸ ਵਿਚਾਰਧਾਰਾ ਦੇ ਮਾਮਲੇ 'ਚ ਕੋਈ ਗੱਲ ਕਰਨੀ ਚਾਹੁੰਦੇ ਹੋ ਤੁਸੀਂ? ਸਰ ਮੈਨੂੰ ਇਹ ਲੱਗਦਾ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਅੱਜ ਵੀ ਪੜ੍ਹਦੇ ਹਾਂ ਜੀ, 550 ਸਾਲ ਬੀਤ ਗਏ ਆ, ਅੱਜ ਵੀ ਅਸੀਂ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਲੋਕ ਜਾਂ ਸਿੱਖ ਪਰਿਵਾਰਾਂ ਤੋਂ ਬਾਹਰਲੇ ਲੋਕ ਅੱਜ ਵੀ ਜਿਹੜੀ ਅਗਵਾਈ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈਂਦੇ ਆ। ਠੀਕ ਹੈ, ਮੈਨੂੰ ਲੱਗਦਾ ਕਿ ਸਾਨੂੰ ਵਾਰ-ਵਾਰ ਸੂਫੀ ਕਵਿਤਾ ਨੂੰ ਪੜ੍ਹਨ ਦੀ ਲੋੜ ਆ। ਉਹਦੀ ਅਧਿਆਤਮਿਕ ਸ਼ੇਡਸ ਨੂੰ ਪਾਸੇ ਕਰਕੇ ਉਹ ਸਮਾਜਿਕ ਤੌਰ ਤੇ ਸਾਨੂੰ ਕਿੰਨੀ ਅਵੇਅਰ ਕਰਦੀ ਆ, ਸਾਨੂੰ ਕਿੰਨਾ ਸੁਚੇਤ ਕਰਦੀ ਆ, ਸਾਨੂੰ ਜਾਤੀ ਜਮਾਤੀ ਧਾਰਮਿਕ ਕੱਟੜਤਾ ਇਹਨੂੰ ਤੋੜਨ ਦਾ ਸਾਨੂੰ ਕਿਤੇ ਨਾ ਕਿਤੇ ਇੱਕ ਕੰਮ ਕਰਦੀ ਆ ਸੂਫੀ ਕਵਿਤਾ ਕਿ ਸਾਨੂੰ ਇੱਕ ਸਮਾਜਿਕ ਨਿਆਂ ਵੱਲ ਵਧਣਾ ਚਾਹੀਦਾ ਵਾ। ਇਸ ਕਿਸਮ ਨਾਲ ਮੈਨੂੰ ਲੱਗਦਾ ਹੁੰਦਾ ਕਿ ਸੂਫੀ ਕਵਿਤਾ ਨੂੰ ਜਾਂ ਅਸੀਂ ਕਹਿ ਸਕਦੇ ਹਾਂ ਪੂਰੀ ਦੀ ਪੂਰੀ ਮੱਧਕਾਲੀ ਕਵਿਤਾ ਨੂੰ ਕੇਵਲ ਅਧਿਆਤਮਿਕ ਸਰੋਕਾਰਾਂ ਤੱਕ ਸੀਮਤ ਨਾ ਕਰਕੇ ਉਹਨੂੰ ਇੱਕ ਸਮਾਜਿਕ ਸਰੋਕਾਰਾਂ ਵੱਲ ਵੀ ਲਿਜਾਣ ਦੀ ਲੋੜ ਆ। ਡਾਕਟਰ ਸਾਹਿਬ ਨੇ ਸਾਨੂੰ ਬਹੁਤ ਹੀ ਕੀਮਤੀ ਗੱਲਾਂ ਦੱਸੀਆਂ ਨੇ। ਜੀ ਜੀ, ਬੋਲੋ ਸੁਨੀਤਾ ਜੀ। ਜਿਵੇਂ ਸਰ ਤੁਸੀਂ ਸ਼ੁਰੂ 'ਚ ਪੁੱਛਿਆ ਸੀਗਾ ਕਿ ਤੁਹਾਨੂੰ ਸੂਫੀ ਕਵਿਤਾ ਨੂੰ ਹੀ ਤੁਸੀਂ ਕਿਉਂ ਚੁਣਿਆ? ਜੀ, ਮੈਨੂੰ ਲੱਗਦਾ ਹੁੰਦਾ ਕਿ ਸੂਫੀ ਕਵਿਤਾ ਨੂੰ ਚੁਣਨ ਦਾ ਜੇ ਮੈਂ ਬੀਜ ਰੂਪ ਦੇ ਵਿੱਚ ਦੇਖਾਂ ਕਿ ਸੂਫੀ ਕਵਿਤਾ ਹੀ ਮੇਰੇ ਦਿਮਾਗ ਦੇ ਵਿੱਚ ਕਿਉਂ ਆਈ, ਇੱਕ ਤਾਂ ਮੈਨੂੰ ਮੱਧਕਾਲੀ ਕਵਿਤਾ ਪੜ੍ਹਨੀ ਚੰਗੀ ਲੱਗਦੀ ਹੈ ਸਰ, ਕਿਉਂਕਿ ਇਹ ਜ਼ਿੰਦਗੀ ਨੂੰ ਸੇਧਤ ਕਰਦੀ ਹੈ। ਅਸੀਂ ਪੜ੍ਹਦੇ ਕਾਹਦੇ ਲਈ ਆ? ਸਾਨੂੰ ਕੋਈ ਚੀਜ਼ ਡਾਇਰੈਕਸ਼ਨ ਦੇਵੇ, ਸਾਡੇ ਵਿੱਚ ਇੱਕ ਨਿਆਂ, ਇੱਕ ਬਰਾਬਰੀ, ਇੱਕ ਗਲਤ ਚੀਜ਼ਾਂ ਪ੍ਰਤੀ ਸਾਨੂੰ ਸੁਚੇਤ ਕਰਦੀ ਹੈ। ਦੂਸਰਾ ਕਾਰਨ ਇਹ ਹੈ ਕਿ ਸਰ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਐਮਫਿਲ ਕਰਨ ਆਈ ਉਸ ਦੌਰਾਨ ਅਸੀਂ ਸਭ ਤੋਂ ਵੱਧ ਮੈਂ ਜਿਹੜੇ ਲੈਕਚਰ ਸੁਣੇ ਆ ਡਾਕਟਰ ਸੁਖਦੇਵ ਸਿੰਘ ਸਿਰਸਾ ਦੇ, ਮਤਲਬ ਕਿ ਉਹਨਾਂ ਦਾ ਸੂਫੀ ਕਵਿਤਾ ਤੇ ਬਹੁਤ ਚੰਗਾ ਕੰਮ ਆ।
ਤੇ ਮੈਨੂੰ ਜਦੋਂ ਵੀ ਪਤਾ ਲੱਗਦਾ ਸੀਗਾ ਕਿ ਸੁਖਦੇਵ ਸਰ ਦਾ ਕਿਤੇ ਲੈਕਚਰ ਆ ਤਾਂ ਮੈਂ ਉਹਨਾਂ ਨੂੰ ਸੁਣਨ ਜ਼ਰੂਰ ਜਾਂਦੀ ਸੀਗੀ। ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੁੰਦਾ ਕਿ ਜਦੋਂ ਵੀ ਅਸੀਂ ਕਿਸੇ ਵਿਸ਼ੇ ਨਾਲ ਜੁੜਦੇ ਹਾਂ, ਅਸੀਂ ਪ੍ਰਤੀਬੱਧ ਹੁੰਦੇ ਹਾਂ, ਉਹਦੇ ਪਿੱਛੇ ਸਾਡੇ ਅਧਿਆਪਕਾਂ ਦਾ ਬਹੁਤ ਵੱਡਾ ਹੱਥ ਹੁੰਦਾ, ਬਹੁਤ ਵੱਡਾ ਯੋਗਦਾਨ ਹੁੰਦਾ। ਮੈਨੂੰ ਲੱਗਦਾ ਕਿ ਜੇਕਰ ਮੇਰੇ ਅੰਦਰ ਇਹ ਚੇਤਕ ਜਗਾਈ ਆ ਬੀਜ ਰੂਪ ਦੇ ਵਿੱਚ, ਉਹ ਡਾਕਟਰ ਸੁਖਦੇਵ ਸਿੰਘ ਸਿਰਸਾ ਉਹਨਾਂ ਨੇ ਸਾਨੂੰ ਕਿਤਾਬਾਂ ਲਿਆ ਕੇ ਦੇਣੀਆਂ ਸੂਫੀ ਕਵਿਤਾ ਦੀਆਂ, ਕੋਈ ਕਨਸੈਪਟ ਸਮਝ ਨਹੀਂ ਆਉਣੀ ਤਾਂ ਉਹਨਾਂ ਨੇ ਵਾਰ-ਵਾਰ ਸਮਝਾਉਣਾ। ਬੀਜ ਰੂਪ ਦੇ ਵਿੱਚ ਮੈਂ ਡਾਕਟਰ ਸੁਖਦੇਵ ਸਿੰਘ ਸਿਰਸਾ ਨੂੰ ਰੱਖਦੀ ਹਾਂ। ਇਸ ਤੋਂ ਅੱਗੇ ਜਿਵੇਂ ਮੇਰਾ PhD ਦਾ ਕੰਮ ਡਾਕਟਰ ਸਰਬਜੀਤ ਸਿੰਘ ਨਾਲ ਆ, ਉਹਨਾਂ ਨੇ ਵੀ ਸਰ ਮੈਨੂੰ ਬਹੁਤ ਗਾਈਡ ਕੀਤਾ, ਬਹੁਤ ਗਾਈਡੈਂਸ ਦਿੱਤੀ ਕਿ ਕਿਵੇਂ ਤੁਸੀਂ ਸੂਫੀ ਕਵਿਤਾ ਨੂੰ ਦੇਖ ਸਕਦੇ ਹੋ, ਪੜ੍ਹ ਸਕਦੇ ਹੋ ਜੀ। ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਜਿਹੜੇ ਅਧਿਆਪਕ ਆ ਉਹ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਨੇ ਸਾਡੀ ਕਿਸੇ ਵੀ ਸਬਜੈਕਟ ਨੂੰ ਪੜ੍ਹਨ ਤੇ ਉਹਦੇ ਵਿੱਚ ਇੰਟਰਸਟ ਪੈਦਾ ਕਰਨ ਜੀ। ਬਹੁਤ ਮੁੱਲਵਾਨ ਇਹਨਾਂ ਨੇ ਗੁਰੂ ਜਨ ਨੂੰ ਵੀ ਇਹ ਸਤਿਕਾਰ ਦਿੱਤਾ ਹੈ। ਤੇ ਸੁਨੀਤਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਬੜੇ ਵਿਸਥਾਰ ਰੂਪ ਦੇ ਵਿੱਚ ਸਾਡੀ ਜਿਹੜਾ ਸੂਫੀਜ਼ਮ ਹੈ ਉਸ ਦੀ ਸਮਾਜਿਕ ਸਰੋਕਾਰਾਂ ਦੇ ਜਿਹੜੇ ਗੱਲ ਕੀਤੀ ਹੈ ਉਹਨਾਂ ਨੂੰ ਸਮਝਿਆ ਹੈ, ਤੇ ਤੁਸੀਂ ਇਹ ਵੀ ਦੱਸਿਆ ਕਿ ਉਸ ਨੂੰ ਸੁਸਾਇਟੀ ਦੇ ਵਿੱਚ ਅੱਜ ਵੀ ਹੂਬਹੂ ਲਾਗੂ ਕਰਨ ਦੀ ਲੋੜ ਹੈ। ਜਿੰਨੀਆਂ ਕਿ ਸਮਾਜ ਸਾਡਾ ਕਈ ਤਰ੍ਹਾਂ ਦੀਆਂ ਅਲਾਮਤਾਂ ਨਾਲ ਜੂਝ ਰਿਹਾ, ਉਸ ਦਾ ਹੱਲ ਕਾਫੀ ਹੱਦ ਤੱਕ ਸੂਫੀਜ਼ਮ ਦੀ ਵਿਚਾਰਧਾਰਾ ਦੇ ਵਿੱਚ ਪਿਆ ਹੈ। ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਲਈ ਬਹੁਤ ਮੁੱਲਵਾਨ ਜਾਣਕਾਰੀ ਦਿੱਤੀ। ਮਿਹਰਬਾਨੀ।